गुड मॉर्निंग स्टूडेंट्स, प्यारे विद्यार्थियों। मैं सुमित कुमार, मैथ मास्टर, सरकारी सीनियर सैकेंडरी स्कूल सोनगढ़, जिला फिरोजपुर। बच्चों, ਅਸੀਂ 6ਵੀਂ ਜਮਾਤ ਦੇ ਵਿੱਚ ਸੰਖਿਆਵਾਂ ਨਾਲ ਖੇਡਣਾ ਅਧਿਆਇ ਨੰਬਰ 3 ਵਿੱਚ ਬੇਸਿਕ ਜਾਣਕਾਰੀ ਪਹਿਲਾਂ ਹੀ ਪੜ੍ਹ ਚੁੱਕੇ ਹਾਂ। ਅੱਜ ਅਸੀਂ ਉਸ ਵਿੱਚ ਸਾਂਝੇ ਗੁਣਨਖੰਡ, ਸਾਂਝੇ ਗੁਣਜ, ਮਹਸਵ ਅਤੇ ਲਸਵ ਨਾਲ ਸੰਬੰਧਿਤ ਕੁਝ ਸਵਾਲ ਹੱਲ ਕਰਾਂਗੇ। ਹਾਂਜੀ ਬੱਚਿਓ, ਅੱਜ ਅਸੀਂ ਸਾਂਝਾ ਗੁਣਨਖੰਡ ਕੱਢਣਾ ਸਿੱਖਾਂਗੇ। ਕੋਈ ਦੋ ਸੰਖਿਆਵਾਂ ਜੇਕਰ ਆਪਣੇ ਕੋਲ ਦਿੱਤੀਆਂ ਹੋਣ ਤਾਂ ਸਾਂਝਾ ਗੁਣਨਖੰਡ ਅਸੀਂ ਕਿਵੇਂ ਕੱਢਦੇ ਹਾਂ ਉਹਦੇ ਬਾਰੇ ਅਸੀਂ ਦੇਖਦੇ ਹਾਂ। देखो बच्चों, मान लो अपने को संख्या आ जाती है 8 ਅਤੇ 12 ਦਾ ਸਾਂਝਾ ਗੁਣਨਖੰਡ ਪਤਾ ਕਰੋ। ਹੁਣ ਦੇਖੋ ਬੱਚੋ, ਸਾਂਝਾ ਗੁਣਨਖੰਡ ਪਤਾ ਕਰਨ ਵਾਸਤੇ ਅਸੀਂ ਦੇਖਾਂਗੇ ਕਿ 8 ਦੇ ਗੁਣਨਖੰਡ ਕਿਹੜੇ ਹੈ ਜੀ। ਸਭ ਤੋਂ ਪਹਿਲਾਂ ਅਸੀਂ 8 ਦੇ ਦੇਖਾਂਗੇ। 8 ਦੇ ਗੁਣਨਖੰਡ। ਹੁਣ ਬੱਚੋ, ਜਿਵੇਂ ਤੁਸੀਂ ਜਾਣਦੇ ਹੋ ਗੁਣਨਖੰਡ ਕੀ ਹੁੰਦਾ ਹੈ, ਅਸੀਂ ਇਹ ਦੇਖਣਾ ਹੈ ਕਿ 8 ਕਿਹੜੇ ਕਿਹੜੇ ਪਹਾੜੇ ਵਿੱਚ ਆਂਦਾ ਹੈ, ਕਿਹੜੇ ਕਿਹੜੇ ਟੇਬਲ ਤੇ ਆਂਦਾ ਹੈ, ਅਸੀਂ ਉਹਨੂੰ ਦੇਖਾਂਗੇ। ਉਹੀ ਇਹਦੇ ਗੁਣਨਖੰਡ ਹੋਣਗੇ। ਅਸੀਂ ਦੇਖਦੇ ਹਾਂ ਕਿ 8 ਜਿਹੜਾ ਹੈ ਉਹ 1 ਦੇ ਪਹਾੜੇ ਵਿੱਚ ਆਂਦਾ ਹੈ, ਕਿਉਂਕਿ ਕੋਈ ਵੀ ਸੰਖਿਆ 1 ਦੇ ਪਹਾੜੇ ਵਿੱਚ ਤਾਂ ਜ਼ਰੂਰ ਆਂਦੀ ਹੈ। ਫਿਰ ਉਹੀ 8 2 ਦੇ ਪਹਾੜੇ ਵਿੱਚ ਵੀ ਆਂਦਾ ਹੈ, 2 ਜੋ ਕਿ 8 ਹੁੰਦਾ ਹੈ। ਉਹੀ 8 3 ਦੇ ਪਹਾੜੇ 'ਚ ਨਹੀਂ ਆਂਦਾ, ਹੁਣ ਆਂਦਾ 4 ਦੇ ਪਹਾੜੇ 'ਚ। ਕਿਉਂ? 4 ਦੂਣੀ 8 ਹੁੰਦਾ ਹੈ। ਹੁਣ 5 ਦੇ ਪਹਾੜੇ 'ਚ ਵੀ ਨਹੀਂ ਆਂਦਾ, 6 ਦੇ ਪਹਾੜੇ 'ਚ ਵੀ ਨਹੀਂ ਆਂਦਾ, 7 ਦੇ ਪਹਾੜੇ 'ਚ ਵੀ ਨਹੀਂ ਆਂਦਾ, ਪਰ ਜਿਹੜਾ 8 ਹੈ ਉਹ 8 ਦੇ ਪਹਾੜੇ ਵਿੱਚ ਆਂਦਾ ਹੈ। 8 ਦੇ ਗੁਣਨਖੰਡ 1 2 4 8 ਹਨ। ਠੀਕ ਹੈ ਬੱਚੋ, ਅਸੀਂ 8 ਦੇ ਗੁਣਨਖੰਡ ਲੱਭ ਲਏ। ਹੁਣ ਅਸੀਂ ਕੀ ਕਰਾਂਗੇ? ਦੂਸਰੀ ਸੰਖਿਆ ਆਪਣੇ ਕੋਲ ਹੈ 12। 12 ਦੇ ਗੁਣਨਖੰਡ। ਹੁਣ ਦੇਖੋ, 12 ਦੇ ਗੁਣਨਖੰਡ ਵਾਸਤੇ ਅਸੀਂ ਕੀ ਕਰਾਂਗੇ? ਅਸੀਂ ਇਹ ਦੇਖਦੇ ਹਾਂ ਕਿ 12 ਕਿਹੜੇ ਕਿਹੜੇ ਪਹਾੜੇ ਵਿੱਚ ਆਂਦਾ ਹੈ। ਅਸੀਂ ਇਹ ਦੇਖਦੇ ਹਾਂ। ਸਭ ਤੋਂ ਪਹਿਲਾਂ 12 1 ਦੇ ਪਹਾੜੇ 'ਚ ਆਂਦਾ ਹੈ, ਕਿਉਂਕਿ ਕੋਈ ਵੀ ਸੰਖਿਆ 1 ਦੇ ਪਹਾੜੇ 'ਚ ਤਾਂ ਜ਼ਰੂਰ ਆਂਦੀ ਹੈ ਨਾ ਜੀ, 1 ਦੇ ਪਹਾੜੇ 'ਚ। ਇਸੇ ਤਰ੍ਹਾਂ 12 2 ਦੇ ਪਹਾੜੇ ਵਿੱਚ ਵੀ ਆਂਦਾ ਹੈ, 12 3 ਦੇ ਪਹਾੜੇ 'ਚ ਵੀ ਆਂਦਾ ਹੈ, ਕਿਉਂਕਿ 3 ਚੌਕੇ 12 ਹੁੰਦਾ ਜੀ। ਇਸੇ ਤਰ੍ਹਾਂ 12 4 ਦੇ ਪਹਾੜੇ 'ਚ ਵੀ ਆਂਦਾ ਹੈ। 4 ਦਾ ਪਹਾੜਾ 4 1 4, 4 2 8, 4 3 12, 1 2 3 4। ਹੁਣ ਦੇਖੋ ਬੱਚੋ, 5 ਦੇ ਪਹਾੜੇ 'ਚ 12 ਨਹੀਂ ਆਂਦਾ, ਪਰ 6 ਦੇ ਪਹਾੜੇ 'ਚ ਆਂਦਾ ਹੈ। ਇਸੇ ਤਰ੍ਹਾਂ 7 ਦੇ ਪਹਾੜੇ 'ਚ ਵੀ ਨਹੀਂ ਆਂਦਾ, 8 ਦੇ ਪਹਾੜੇ 'ਚ ਵੀ ਨਹੀਂ ਆਂਦਾ, 9 ਦੇ ਪਹਾੜੇ 'ਚ ਵੀ ਨਹੀਂ ਆਂਦਾ, 10 ਦੇ ਪਹਾੜੇ 'ਚ ਵੀ 12 ਨਹੀਂ ਆਂਦਾ, ਤੇ 11 ਦੇ ਪਹਾੜੇ 'ਚ ਵੀ ਨਹੀਂ ਆਂਦਾ। ਤੇ ਹੁਣ 12 ਕਿਹੜੇ ਪਹਾੜੇ 'ਚ ਆਂਦਾ ਹੈ? 12 ਦੇ ਪਹਾੜੇ 'ਚ। ਦੇਖੋ ਬੱਚੋ, 12 ਦੇ ਗੁਣਨਖੰਡ ਵੀ ਸਾਨੂੰ ਮਿਲ ਗਿਆ 1 2 3 4 6 ਅਤੇ 12। ਠੀਕ ਹੈ ਜੀ। ਹੁਣ ਅਸੀਂ ਕੀ ਦੇਖਣਾ ਹੈ? 8 ਅਤੇ 12। 8 ਅਤੇ 12 ਦੇ ਸਾਂਝੇ ਗੁਣਨਖੰਡ। ਹੁਣ ਤੁਸੀਂ ਦੇਖੋ, 8 ਦੇ ਗੁਣਨਖੰਡ ਕਿਹੜੇ ਕਿਹੜੇ ਸੀ ਤੇ 12 ਦੇ ਗੁਣਨਖੰਡ ਕਿਹੜੇ ਸੀ, ਉਹਨਾਂ ਵਿੱਚੋਂ ਸਾਂਝੇ ਗੁਣਨਖੰਡ ਕਿਹੜੇ ਕਿਹੜੇ? ਤੁਸੀਂ ਦੇਖੋ ਬੱਚਿਓ, ਦੋਵਾਂ ਦੇ ਵਿਚਕਾਰ 1 ਆਇਆ ਹੈ, ਇਸੇ ਤਰ੍ਹਾਂ ਦੋਵਾਂ ਦੇ ਵਿਚਕਾਰ 2 ਵੀ ਆਇਆ ਹੈ। ਹੋਰ ਆਪਾਂ ਦੇਖਦੇ ਹਾਂ, ਦੋਵਾਂ ਦੇ ਵਿਚਕਾਰ 4 ਵੀ ਆਇਆ ਹੈ। ਇਹਦਾ ਮਤਲਬ ਇਹ ਹੋਇਆ 8 ਅਤੇ 12 ਦੇ ਜਿਹੜੇ ਸਾਂਝੇ ਗੁਣਨਖੰਡ ਹੈ ਉਹ ਕਿਹੜੇ ਕਿਹੜੇ ਹੈ? 1 2 ਅਤੇ 4 ਹਨ। ਉਮੀਦ ਹੈ ਬੱਚੋ ਤੁਹਾਨੂੰ ਸਾਂਝੇ ਗੁਣਨਖੰਡ ਪਤਾ ਕਰਨੇ ਸਮਝ ਆ ਗਏ ਹੋਣਗੇ। ਜੀ ਬੱਚੋ, ਜੇਕਰ ਹੁਣ ਆਪਣੇ ਕੋਲ ਸੇਮ ਇਹਦੇ ਨਾਲ ਦੀ ਇੱਕ ਹੋਰ ਸੰਖਿਆ ਆ ਜਾਂਦੀ ਹੈ ਕਿ 4 ਅਤੇ 19 ਦੇ 4 ਅਤੇ 19 ਦੇ ਸਾਂਝੇ ਗੁਣਨਖੰਡ ਪਤਾ ਕਰੋ। 4 ਅਤੇ 19, ਇਹ ਆਪਣੇ ਕੋਲ ਇੱਕ ਹੋਰ ਸਵਾਲ ਹੈ। ਅਸੀਂ ਸਭ ਤੋਂ ਪਹਿਲਾਂ ਦੇਖਾਂਗੇ 4 ਦੇ ਗੁਣਨਖੰਡ ਕਿਹੜੇ ਕਿਹੜੇ ਹੈ। 4 ਦੇ ਗੁਣਨਖੰਡ ਅਸੀਂ ਜਾਣਦੇ ਹਾਂ ਕਿ 4 ਕਿਹੜੇ ਕਿਹੜੇ ਪਹਾੜੇ 'ਚ ਆਂਦਾ ਹੈ। ਇੱਕ ਤਾਂ ਸਭ ਤੋਂ ਪਹਿਲਾਂ 4 1 ਦੇ ਪਹਾੜੇ 'ਚ ਆਂਦਾ ਹੈ, ਫਿਰ 2 ਦੇ ਪਹਾੜੇ 'ਚ ਆਂਦਾ ਹੈ ਤੇ ਫਿਰ 4 ਦੇ ਪਹਾੜੇ 'ਚ। ਤਾਂ ਇਹਦਾ ਮਤਲਬ 4 ਦੇ ਗੁਣਨਖੰਡ ਕਿਹੜੇ ਕਿਹੜੇ ਹੈ? 1 2 ਅਤੇ 4 ਹਨ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ 19 ਦੇ ਗੁਣਨਖੰਡ। 19 ਦੇ ਗੁਣਨਖੰਡ ਕਿਹੜੇ ਹੋਣਗੇ ਬੱਚਿਓ? ਅਸੀਂ ਜਾਣਦੇ ਹਾਂ ਕਿ 19 ਸਿਰਫ ਜਾਂ ਤਾਂ 19 ਦੇ ਪਹਾੜੇ 'ਚ ਆਂਦਾ ਹੈ ਤੇ ਜਾਂ 1 ਦੇ ਪਹਾੜੇ 'ਚ ਆਂਦਾ ਹੈ। 1 ਅਤੇ 19 ਹਨ। ਹੁਣ ਅਸੀਂ ਇਹ ਦੇਖਣਾ ਹੈ 4 ਅਤੇ 19 ਦਾ ਸਾਂਝਾ ਗੁਣਨਖੰਡ ਕਿਹੜਾ ਹੋਏਗਾ? देखो बच्चों 4 ਦੇ ਗੁਣਨਖੰਡ ਸੀ 1 2 ਅਤੇ 4।
19 ਦੇ ਕਿਹੜੇ ਸੀ 1 ਤੇ 19 ਦੋਵਾਂ ਵਿੱਚ ਸਾਂਝਾ ਕਿਹੜਾ ਆਇਆ ਹੈ 1 ਇਹਦਾ मतलब 4 ਤੇ 19 ਦਾ ਸਾਂਝਾ ਗੁਣਨਖੰਡ 1 ਹੈ। ਇਸ ਤਰ੍ਹਾਂ ਅਸੀਂ ਸਵਾਲ ਪਤਾ ਕਰਨਾ ਸੀ। ਹਾਂਜੀ ਬੱਚਿਓ ਇਸ ਤੋਂ ਬਾਅਦ ਆਪਾਂ ਇੱਕ ਹੋਰ ਸਵਾਲ ਕਰਦੇ ਹਾਂ ਜਿੰਦੇ ਵਿੱਚ ਸੰਖਿਆਵਾਂ 3 ਹਨ। ਇੱਥੇ ਅਸੀਂ ਦੋ ਸੰਖਿਆਵਾਂ ਵਾਲਾ ਕੀਤਾ ਸੀ। ਮੰਨ ਲਓ ਸਾਡੇ ਕੋਲ ਸਵਾਲ ਆ ਜਾਂਦਾ ਹੈ 8 12 ਅਤੇ 20 ਦੇ ਸਾਂਝੇ ਗੁਣਨਖੰਡ ਪਤਾ ਕਰੋ। ਤਾਂ ਅਸੀਂ ਕਿਸ ਤਰ੍ਹਾਂ ਪਤਾ ਕਰਾਂਗੇ? ਹੁਣ ਮੰਨ ਲਓ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ 8 ਦੇ ਗੁਣਨਖੰਡ। ਅਸੀਂ ਇਹ ਦੇਖਣਾ ਹੈ ਕਿ 8 ਕਿਹੜੇ ਕਿਹੜੇ ਪਹਾੜੇ ਵਿੱਚ ਆਉਂਦਾ ਹੈ। ਸਭ ਤੋਂ ਪਹਿਲਾਂ 1 ਦੇ ਪਹਾੜੇ 'ਚ, ਫਿਰ 2 ਦੇ ਪਹਾੜੇ 'ਚ, ਫਿਰ 4 ਦੇ ਪਹਾੜੇ ਵਿੱਚ ਅਤੇ ਫਿਰ ਲਾਸਟ 8 ਦੇ ਪਹਾੜੇ 'ਚ। ਅਸੀਂ ਇਹ ਦੇਖ ਲਿਆ ਕਿ 8 ਦੇ ਗੁਣਨਖੰਡ ਸਾਡੇ ਕੋਲ ਆ ਗਏ 1 2 4 ਅਤੇ 8। ਇਸੇ ਤਰ੍ਹਾਂ 12 ਦੇ ਗੁਣਨਖੰਡ ਦੇ ਗੁਣਨਖੰਡ 12 ਕਿਹੜੇ ਕਿਹੜੇ ਪਹਾੜੇ ਚ ਆਂਦਾ ਹੈ? 1 ਦੇ ਪਹਾੜੇ ਵਿੱਚ ਆਂਦਾ ਹੈ, 2 ਦੇ ਪਹਾੜੇ ਚ 2 ਛਿਕੇ 12 ਆਂਦਾ ਹੈ। ਇਸੇ ਤਰ੍ਹਾਂ 3 ਦੇ ਪਹਾੜੇ ਚ 3 ਚੌਕੇ 12, ਫਿਰ 4 ਦੇ ਪਹਾੜੇ ਚ 4 ਤੀਏ 12, ਫਿਰ 5 ਦੇ ਪਹਾੜੇ ਚ ਨਹੀਂ ਆਂਦਾ पर 6 ਦੇ ਪਹਾੜੇ ਚ ਆਂਦਾ ਹੈ ਬੱਚੋ 6 दूनी 12। ਇਸੇ ਤਰ੍ਹਾਂ 7 ਦੇ ਪਹਾੜੇ ਵਿੱਚ ਨਹੀਂ, 8 ਦੇ ਪਹਾੜੇ ਵਿੱਚ ਆਂਦਾ ਹੈ नहीं बच्चों, फिर 9 नहीं हो, फिर 10 नहीं, फिर 11 फिर नहीं, फिर लास्ट अपने को किहड़े पहाड़े च आंदा है 12 ਦੇ ਪਹਾੜੇ ਚ। ठीक है जी ਅਸੀਂ ਇਹ ਦੇਖਿਆ कि 12 ਦੇ ਗੁਣਨਖੰਡ ਹੈਗੇ 1 2 3 4 6 ਅਤੇ 12। ਹਾਂਜੀ ਬੱਚਿਓ ਇਸ ਤੋਂ ਬਾਅਦ ਅਸੀਂ ਇਹ ਦੇਖਣਾ ਹੈ कि 20 ਦੇ ਗੁਣਨਖੰਡ ਕਿਹੜੇ ਕਿਹੜੇ ਹੈ। 20 ਦੇ ਗੁਣਨਖੰਡ ਹੁਣ ਦੇਖੋ ਬੱਚੋ 20 ਕਿਹੜੇ ਕਿਹੜੇ ਪਹਾੜੇ ਚ ਆਂਦਾ ਹੈ? 1 ਦੇ ਪਹਾੜੇ ਚ, 2 ਦੇ ਪਹਾੜੇ ਵਿੱਚ, 4 ਦੇ ਪਹਾੜੇ ਵਿੱਚ, 5 ਦੇ ਪਹਾੜੇ ਵਿੱਚ ਤੇ ਇਸੇ ਤਰ੍ਹਾਂ 10 ਦੇ ਪਹਾੜੇ ਵਿੱਚ। ਹੁਣ ਬੱਚੋ ਜਦੋਂ ਅਸੀਂ 10 ਤੱਕ ਚੈੱਕ ਕਰ ਲਿਆ ਹੈ 20 ਦਾ ਅੱਧ ਜਿਹੜਾ ਹੈ ਉਹ 10 ਹੁੰਦਾ ਹੈ ਤਾਂ ਉਸ ਤੋਂ ਬਾਅਦ ਸਾਨੂੰ ਚੈੱਕ ਕਰਨ ਦੀ ਲੋੜ ਨਹੀਂ। ਅੱਧ ਤੋਂ ਬਾਅਦ ਜਿਹੜਾ ਆਏਗਾ ਪਹਾੜਾ ਉਹ ਆਪਣੇ ਆਪ ਉਹੀ ਆਏਗਾ ਜਿੰਦੇ ਅਸੀਂ ਗੁਣਨਖੰਡ ਦੇਖ ਰਹੇ ਹਾਂ। 20 ਦੇ ਗੁਣਨਖੰਡ ਕਿਹੜੇ ਕਿਹੜੇ ਹੋ ਗਏ? 1 2 4 5 10 ਅਤੇ 20 ਹਨ। ਹੁਣ ਅਸੀਂ ਕੀ ਦੇਖਣਾ ਹੈ 8 12 ਅਤੇ 20 ਦੇ 8 12 ਅਤੇ 20 ਦੇ ਸਾਂਝੇ ਗੁਣਨਖੰਡ देखो बच्चों इन्हां तिन्नां दे सांझे गुणनखंड किहड़े किहड़े बनणगे? एक वेखो तिन्नां विच हैगा 1 हो गया, इसे तरह 2 भी हैगा इहदा मतलब ये भी सांझे गुणनखंड बन गया। और हुण देखो बच्चों तुसीं ये देख रहे हो 4 फर्स्ट विच भी है, सैकंड विच भी ते थर्ड विच भी। इहदा मतलब अपने कोल किहड़ा आ रहा है 4 भी आ रहा है 1 2 4। हुण देखो इधर 8 है इधर नहीं है, इधर 3 है इधर नहीं है। इहदा मतलब आही 3 ਜਿਹੜੇ ਸੀ ਤਿੰਨਾਂ ਦੇ ਵਿੱਚ ਸਾਂਝੇ ਆ ਰਹੇ ਆ ਤਾਂ ਸਾਡੇ ਕੋਲ ਕਿਹੜੇ ਕਿਹੜੇ ਗੁਣਨਖੰਡ ਬਣ ਗਏ 1 2 ਅਤੇ 4 ਹਨ। ਉਹ ਕੀ ਹੈ ਸਾਂਝੇ ਗੁਣਨਖੰਡ ਕਾਦੇ 8 12 ਅਤੇ 20 ਦੇ। ਹਾਂਜੀ ਬੱਚੋ ਇਹਦੇ ਨਾਲ ਦਾ ਇੱਕ ਹੋਰ ਅਸੀਂ ਸਵਾਲ ਕਰਦੇ ਹਾਂ। ਜੇ ਆਪਣੇ ਕੋਲ ਸੰਖਿਆ ਆ ਜੇ 6 9 ਅਤੇ 12 ਦੇ ਸਾਂਝੇ ਗੁਣਨਖੰਡ ਪਤਾ ਕਰੋ। 6 9 ਅਤੇ 12 ਦੇ ਸਾਂਝੇ ਗੁਣਨਖੰਡ ਪਤਾ ਕਰੋ। ਅਸੀਂ ਸਭ ਤੋਂ ਪਹਿਲਾਂ ਕੀ ਕਰਾਂਗੇ 6 ਦੇ ਗੁਣਨਖੰਡ ਹੁਣ ਦੇਖੋ ਬੱਚੋ 6 ਕਿਹੜੇ ਕਿਹੜੇ ਪਹਾੜੇ ਵਿੱਚ ਆਂਦਾ ਹੈ? 6 ਸਭ ਤੋਂ ਪਹਿਲਾਂ 1 ਦੇ ਪਹਾੜੇ ਚ ਆਂਦਾ ਹੈ, 2 ਦੇ ਪਹਾੜੇ ਚ ਆਂਦਾ ਹੈ, 3 ਦੇ ਪਹਾੜੇ ਵਿੱਚ ਆਂਦਾ ਹੈ। ਜਦੋਂ ਅਸੀਂ ਅੱਧ ਦੇਖ ਲਿਆ 6 ਦਾ ਅੱਧ 3 ਹੋ ਗਿਆ, 3 ਤੋਂ ਬਾਅਦ ਤੁਹਾਨੂੰ ਪਤਾ ਸਿੱਧਾ 6 ਹੀ ਆਏਗਾ ਜੀ। ਤਾਂ ਸਾਨੂੰ 4 ਗੁਣਨਖੰਡ ਲੱਭ ਗਏ 6 ਦੇ ਕਿਹੜੇ ਕਿਹੜੇ 1 2 3 ਅਤੇ 6 ਹਨ। ਇਸੇ ਤਰ੍ਹਾਂ 9 ਦੇ ਗੁਣਨਖੰਡ ਤਾਂ 9 ਦੇ ਗੁਣਨਖੰਡ ਦੇਖੋ ਬੱਚੋ 9 ਕਿਹੜੇ ਕਿਹੜੇ ਪਹਾੜੇ ਚ ਆਂਦਾ ਹੈ? 1 ਦੇ ਪਹਾੜੇ ਚ ਆਂਦਾ ਹੈ ਤੇ 3 ਦੇ ਪਹਾੜੇ ਵਿੱਚ ਆਂਦਾ ਹੈ। 1 ਦੇ ਪਹਾੜੇ ਚ ਤੇ 3 ਦੇ ਪਹਾੜੇ ਵਿੱਚ ਆਂਦਾ ਹੈ। ਇਸੇ ਤਰ੍ਹਾਂ 9 ਸਿੱਧਾ ਅੱਗੋਂ ਕਿਹੜੇ ਪਹਾੜੇ ਚ ਆਏਗਾ 9 ਵਿੱਚ ਆਏਗਾ ਕਿਉਂਕਿ ਨਾ 4 ਤੇ ਆਂਦਾ, ਨਾ 5, ਨਾ 6, ਨਾ 7, ਨਾ 8 ਤੇ ਲਾਸਟ ਸਾਡੇ ਕੋਲ 9 ਹਨ। ਠੀਕ ਹੈ ਜੀ 1 3 ਅਤੇ 9 ਹਨ। ਇਸੇ ਤਰ੍ਹਾਂ
12 ਦੇ ਗੁਣਨਖੰਡ। ਹੁਣ ਦੇਖੋ ਬੱਚੋ 12 ਕਿਹੜੇ ਕਿਹੜੇ ਪਹਾੜੇ ਚ ਆਂਦਾ ਹੈ? ਅਸੀਂ ਪਹਿਲਾਂ ਵੀ ਕੀਤਾ ਸੀ, 1 ਦੇ ਪਹਾੜੇ ਚ, 2 ਦੇ ਪਹਾੜੇ ਵਿੱਚ, 3 ਦੇ ਪਹਾੜੇ ਵਿੱਚ, 4 ਦੇ ਪਹਾੜੇ ਵਿੱਚ। ठीक है जी। 4 तो बाद ਅਸੀਂ ਵੇਖਦੇ ਹਾਂ 5 ਦੇ ਪਹਾੜੇ ਤੇ ਆਂਦਾ ਨਹੀਂ ਆਂਦਾ, ਪਰ 6 ਦੇ ਪਹਾੜੇ ਤੇ ਆਂਦਾ ਹੈ, ਕਿਉਂਕਿ 6 ਦੇ ਨਹੀਂ 12 ਹੁੰਦਾ। ਤੁਹਾਨੂੰ ਬੱਚੋ ਇਹ ਦੱਸਿਆ ਸੀ 6 ਤੱਕ ਕਰਨ ਤੋਂ ਬਾਅਦ ਅਸੀਂ ਸਿੱਧਾ ਹੀ ਇਹ ਦੇਖ ਸਕਦੇ, क्योंकि 12 ਦਾ 6 है, इस तो बाद ਜਿਹੜਾ ਗੁਣਨਖੰਡ ਹੋਏਗਾ ਉਹ 12 ही ਹੋਏਗਾ, संख्या आप ही होएगी। ठीक है जी। ਹੁਣ ਅਸੀਂ ਦੇਖਣਾ है 6 9 ਅਤੇ 12 ਦੇ ਸਾਂਝੇ ਗੁਣਨਖੰਡ ਉਹ ਕਿਹੜੇ ਹੋਣਗੇ। देखो बच्चों, एक तो आ गया, एक होर ਇਹਦੇ ਵਿੱਚ ਕਿਹੜਾ ਆ ਰਿਹਾ ਬੱਚੋ? 2 इधर है, इधर भी है, पर ਇਹਦੇ ਵਿੱਚ नहीं है, ਇਹਨਾਂ ਵੱਲੋਂ नहीं होएगा जी, इसलिए ਕਿਹੜਾ ਆ ਗਿਆ? 3। एक और ਸਾਂਝਾ ਗੁਣਨਖੰਡ ਕਿਹੜਾ ਆ ਰਿਹਾ? 3 ਆ ਰਿਹਾ। इधर 6 है, इधर नहीं है, इधर 9 है, वो इधर नहीं है। ਇਹਨਾਂ ਵੱਲੋਂ ਸਾਂਝੇ ਗੁਣਨਖੰਡ ਕਿਹੜੇ ਹੈ? 1 ਅਤੇ 3 ਹਨ। ठीक है बच्चों, ਇਹ ਸੀ सवाल जिन्हें ਅਸੀਂ ਗੁਣਨਖੰਡ ਕੱਢਨੇ ਸਿੱਖਿਆ। हाँ जी बच्चों, इस तो बाद ਅਸੀਂ ਇੱਕ ਨਵਾਂ ਟੌਪਿਕ ਕਰਦੇ ਹਾਂ ਜਿੰਦੇ ਵਿੱਚ ਅਸੀਂ ਗੁਣਜ ਕੱਢਨੇ ਸਿੱਖਾਂਗੇ ਜੀ। ਹੁਣ ਅਸੀਂ ਗੁਣਨਖੰਡ ਸਿੱਖੇ ਹੈ, ਇਸ ਤੋਂ ਬਾਅਦ ਨਵਾਂ ਟੌਪਿਕ ਹੈ ਗੁਣਜ। ਗੁਣਜ ਹੁਣ ਦੇਖੋ ਬੱਚਿਓ, ਗੁਣਜ ਕੀ ਹੁੰਦਾ ਹੈ ਉਹਦੇ ਬਾਰੇ ਆਪਾਂ ਡਿਸਕਸ ਕਰਦੇ ਹਾਂ। ਮੰਨ ਲਓ ਸੰਖਿਆ ਆ ਜਾਂਦੀ ਹੈ, ਰਕਮ ਆਪਣੇ ਕੋਲ 2 ਅਤੇ 5 ਦੇ ਗੁਣਜ ਪਤਾ ਕਰਨ ਤੋਂ ਬਾਅਦ ਅਸੀਂ ਉਹਨਾਂ ਦੇ ਸਾਂਝੇ ਗੁਣਜ ਪਤਾ ਕਰਨੇ ਆ। ਸਾਂਝੇ ਗੁਣਜ ਪਤਾ ਕਰੋ। ਹੁਣ ਦੇਖੋ ਬੱਚੋ, ਗੁਣਜ ਕੀ ਹੁੰਦਾ ਹੈ? ਅੱਗੇ ਅਸੀਂ ਦੇਖਦੇ ਹੁੰਦੇ ਸੀ ਗੁਣਨਖੰਡ। ਗੁਣਨਖੰਡ ਦਾ ਮਤਲਬ ਉਹ ਵਾਲੀ ਸੰਖਿਆ ਕਿਹੜੇ ਕਿਹੜੇ ਪਹਾੜੇ ਵਿੱਚ ਆਂਦੀ ਸੀ। ਹੁਣ ਕੀ ਹੈ, ਜੇ ਮੰਨ ਲਓ ਕਹਿ ਰਿਹਾ 2 ਦਾ ਗੁਣਜ, ਉਹ ਕੀ ਹੋਏਗਾ? 2 ਦੇ ਗੁਣਜ मतलब 2 ਦੇ ਪਹਾੜੇ ਤੇ ਆਉਣ ਵਾਲੀਆਂ ਸਾਰੀਆਂ ਸੰਖਿਆਵਾਂ ਉਹ 2 ਦੇ ਗੁਣਜ ਹਨ। 2 4 6 8 10 12 14 16 सोन। इसे तरह ये सारे की है 2 ਦੇ ਗੁਣਜ ਹਨ। मतलब 2 ਦੇ ਪਹਾੜੇ ਤੇ ਆਉਣ ਵਾਲੀਆਂ ਸਾਰੀਆਂ ਸੰਖਿਆਵਾਂ 2 ਦੇ ਗੁਣਜ ਹਨ। ਇਸੇ ਤਰ੍ਹਾਂ ਜੇਕਰ ਸੰਖਿਆ ਆ ਜਾਂਦੀ ਹੈ 5 ਦੇ ਗੁਣਜ, ਤਾਂ ਹੁਣ ਅਸੀਂ ਦੇਖਦੇ ਹਾਂ 5 ਦੇ ਗੁਣਜ ਕਿਹੜੇ ਕਿਹੜੇ ਹੋਣਗੇ। मतलब ਜਿਹੜੀਆਂ ਸੰਖਿਆਵਾਂ 5 ਤੇ ਆਉਂਦੀਆਂ ਤਾਂ ਉਹ ਕਿਹੜੀਆਂ ਕਿਹੜੀਆਂ ਆ ਰਹੀਆਂ? 5 ਦੇ ਪਹਾੜੇ ਤੇ 5 5 एकम 5 5 दूनी 10 5 3 15 5 चौका 20। इसे तरह चलते चलते 25 30 सोन। ये सारे किहड़े गुणज हैगे है? 5 ਦੇ ਗੁਣਜ ਹਨ। ठीक है जी। ਗੁਣਜ ਦਾ ਮਤਲਬ 2 ਦਾ ਪਹਾੜਾ, ਇੱਥੇ ਜੇ 2 ਦੇ ਗੁਣਜ ਸੀ 2 ਦਾ ਪਹਾੜਾ, 5 ਦੇ ਗੁਣਜ 5 ਦਾ ਪਹਾੜਾ। ਹੁਣ ਅਸੀਂ ਦੇਖਣਾ ਹੈ ਇਹਨਾਂ ਦੇ ਸਾਂਝੇ ਗੁਣਜ ਕਿਹੜੇ ਕਿਹੜੇ। 2 ਅਤੇ 5 ਦੇ ਸਾਂਝੇ ਗੁਣਜ। ਹੁਣ ਤੁਸੀਂ ਦੇਖੋ ਬੱਚੋ, ਸਭ ਤੋਂ ਪਹਿਲਾਂ 2 ਦੇ ਪਹਾੜੇ ਦੇ ਵਿੱਚ ਇੱਧਰ ਜਾ ਕੇ 10 ਆਂਦਾ ਜੀ। ਇਸੇ ਤਰ੍ਹਾਂ ਇੱਧਰ ਵੀ 10 ਹੈ, 5 ਦੇ ਪਹਾੜੇ 'ਚ ਵੀ 10 ਹੈ। ਇਹਦਾ ਮਤਲਬ ਜਿਹੜਾ ਸਾਂਝਾ ਗੁਣਜ ਹੈ ਇੱਕ ਦਾ ਬਣ ਗਿਆ 10। ਹੁਣ ਤੁਸੀਂ ਦੇਖੋ 2 ਦੇ ਪਹਾੜੇ ਵਿੱਚ ਅੱਗੇ ਜਾ ਕੇ 16 ਆਇਆ ਸੀ ਜਦੋਂ, ਫਿਰ ਇਸ ਤੋਂ ਬਾਅਦ 18 ਆਏਗਾ, ਫਿਰ 20 ਵੀ ਆਏਗਾ, ਸੋਨ ਚਲਦੇ ਚਲਦੇ 2 ਦਾ ਪਹਾੜਾ ਚੱਲੇਗਾ ਜੀ। ਹੁਣ ਦੇਖੋ ਇੱਥੇ 20 ਆਇਆ ਸੀ, 5 ਦੇ ਪਹਾੜੇ ਵਿੱਚ ਵੀ 20 ਹੈਗਾ। ਇਹਦਾ ਮਤਲਬ 20 ਵੀ ਜਿਹੜਾ ਹੈ ਉਹ ਵੀ ਕੀ ਹੈ? ਸਾਂਝਾ ਗੁਣਜ ਹੈ। ਤਾਂ ਸਾਂਝੇ ਗੁਣਜ 2 ਅਤੇ 5 ਦੇ ਕਿਹੜੇ ਕਿਹੜੇ ਬਣ ਗਏ? ਇੱਕ 10 ਬਣ ਗਿਆ, ਇੱਕ 20 ਬਣ ਗਿਆ। ਸੇਮ ਇਸੇ ਤਰ੍ਹਾਂ ਚਲਦੇ ਚਲਦੇ 30 ਵੀ ਆਏਗਾ, ਫਿਰ 40 ਵੀ ਆਏਗਾ। ਇਹ ਜਿਹੜੇ ਹੈ ਸਾਂਝੇ ਗੁਣਜ ਹਨ। ਕਾਦੇ? 2 ਅਤੇ 5 6 ਦੇ ਸਾਂਝੇ ਗੁਣਜ ਪਤਾ ਕਰੋ। ਹੁਣ ਦੇਖੋ 3 4 ਅਤੇ 6। ਸਭ ਤੋਂ ਪਹਿਲਾਂ ਅਸੀਂ 3 ਦੇ ਗੁਣਜ ਲਿਖਦੇ ਹਾਂ। 3 ਦੇ ਗੁਣਜ ਉਹ ਕਿਹੜੇ ਹੋਣਗੇ? ਜਿਹੜੇ 3 ਦੇ ਪਹਾੜੇ ਤੇ ਆਉਂਦੇ ਆ। 3 6 9 12 15 18 21 24 27 30 33 सोन। ਇਹ ਜਿਹੜੇ ਬਣ ਗਏ ਆ ਆਪਣੇ ਕੋਲ 3 ਦੇ ਗੁਣਜ ਬਣ ਗਿਆ, ਜੋ ਕਿ 3 ਦੇ ਪਹਾੜੇ ਤੇ ਆਉਂਦੇ ਆ। ਹੁਣ ਇਸੇ ਤਰ੍ਹਾਂ 4 ਦੇ ਗੁਣਜ
जो 4 ਦੇ ਪਹਾੜੇ ਤੇ ਆਉਂਦੇ ਆ। 4 ਦੇ ਪਹਾੜੇ ਤੇ ਆਉਣ ਵਾਲੇ ਸਾਰੇ ਅੰਕ ਜਿਹੜੇ ਆ ਉਹ 4 ਦੇ ਗੁਣਜ ਹੋਣਗੇ। 4 एकम 4, 4 दूनी 8, 4 तीये 12, 4 चौके 16, 4 5 20, फिर 24 आएगा, फिर अपने को 28, फिर 32, फिर 36, फिर 40, फिर 44, 100 चलते चलते ये अपने को किहड़े गुणज बन जाएंगे? 4 ਦੇ ਗੁਣਜ ਬਣ ਜਾਣਗੇ। ਹੁਣ ਅਸੀਂ ਦੇਖਦੇ ਹਾਂ 3 ਦੇ ਵੀ ਹੋ ਗਏ, 4 ਦੇ ਵੀ ਹੋ ਗਏ ਤੇ 6 ਦੇ ਗੁਣਜ। 6 ਦੇ ਗੁਣਜ ਬੱਚਿਓ 6 ਦੇ ਪਹਾੜੇ ਤੇ ਆਉਣ ਵਾਲੇ 6 एकम 6, 6 दूनी 12, 6 तीये 18, 6 चौका 24, 6 5 30, फिर 6 एकम 36, फिर 6 7 42, फिर उस तो बाद बच्चों सेम इसी तरह चलते चलते 48 आएगा, फिर अपने को 54 आएगा, फिर अपने को 60 आएगा, ते फिर 66। ये सारे केड़े बनणगे? 6 दे गुणज बन जाएंगे। ठीक है बच्चों, हुण असीं देखना है 3, 4 अते 6 दे सांझे गुणज। हुण तुसीं बच्चों ये देखो कि इन्हां तिन्नां पहाड़ियां दे विच सांझे गुणज किहड़े-किहड़े बन रहे हैं। 3 दे पहाड़े विच देखो बच्चों 3 आ रहा है, तुसीं देखना है सांझा किहड़ा-किहड़ा बन रहा है। देखो इधर 12 है, इधर भी 12 है, क्योंकि इधर 3 सी 4 सी सांझा नहीं बनना सी, 6 सी 8 सी नहीं बनना सी, 9 होने कारण नहीं बनना सी, पर 12 इधर भी है, 12 इधर भी है, तो 12 इधर भी। इनका मतलब जिहड़ा सब तो पहला सांझा गुणज जिहड़ा बनया वो किहड़ा बनया है? 12 बनया जी। ठीक है बच्चों, इसे तरह असीं एक होर गुणज वेखदे हां, वो किहड़ा बन रहा है? 24। ठीक है बच्चों, तिन्ना पहाड़ियां दे विच पहला 12 भी आंदा पिया, फिर 24 भी आंदा पिया, फिर इस तो बाद किहड़ा आएगा बच्चों? हुण जिवें आ इस तो बाद देखो इत्थे 33 तो बाद 36 आना सी, ते 36 इधर भी है, 36 इधर भी है, 36 इधर भी है। इनका मतलब एक संख्या और किहड़ी बनेगी? 36 बनेगी। क्या असीं कह सकते हैं कि 12 आया, 24 आया, 36 आया, इनका मतलब 12 का पहाड़ा आएगा जी। 12, 24, 36, 12 एकम 12, 12 दूना 24, 12 तीया 36, 12 चौका 48, 12 5 60। ये सारे गुणज बननगे कादे? 3, 4 ते 6 दे सांझे गुणज बननगे जी। हाँ जी बच्चों, उम्मीद है तुहानू गुणनखंड अते गुणज नाल संबंधित सवाल समझ आ गए होंगे। हुण असीं देखदे हां जदों असीं गुणनखंड कड्ढे सी उहदे विच सब तो पहला गुणनखंड जिहड़ा सी वो 1 आंदा हुंदा सी। हुण असीं की करन लगे हां? अभाज गुणनखंडन। अभाज गुणनखंडन। हुण एक ही चीज है, देखो बच्चों किसी भी संख्या दे जदों असीं गुणनखंड कढदे हां ਉਹ वाले अभाज संख्यावां होण तां ਉਹਨੂੰ ਅਸੀਂ ਕੀ ਕਹਿੰਦੇ ਆ? अभाज गुणनखंडन। ਹੁਣ ਸਭ ਤੋਂ ਪਹਿਲਾਂ ਮੰਨ ਲਓ ਆ ਜਾਂਦੀ ਆਪਣੇ ਕੋਲ ਸੰਖਿਆ 36। 36 ਦੇ अभाज गुणनखंड ਉਹ ਕਿਹੜੇ ਹੋਣਗੇ? ਬੱਚੋ ਤੁਹਾਨੂੰ ਸਭ ਤੋਂ ਪਹਿਲਾਂ ਭਾਗ ਕਰਨੀ ਆਂਦੀ ਹੈ, ਤੁਸੀਂ ਇਸ ਤਰ੍ਹਾਂ ਨਾਲ 5ਵੀਂ ਕਲਾਸ ਦੇ ਵਿੱਚ ਲਘੁੱਤਮ ਬਾਰੇ ਸਿੱਖਿਆ ਹੋਣਾ ਹੈ। 36 ਸਭ ਤੋਂ ਪਹਿਲਾਂ ਦੇਖਦੇ ਹਾਂ 36 ਨੂੰ ਤੁਸੀਂ ਭਾਗ ਕਰਕੇ ਚੈੱਕ ਕਰ ਸਕਦੇ ਸੀ। 2 ਦੇ ਪਹਾੜੇ ਤੇ 2 एकम 2 ਘਟਾਓ ਕੀਤੀ 1 ਆਇਆ 6 2 8 16। ਤਾਂ ਸਭ ਤੋਂ ਪਹਿਲਾਂ 36 ਨੂੰ ਜਦੋਂ 2 ਨਾਲ ਭਾਗ ਕੀਤੀ ਤਾਂ ਸਾਡੇ ਕੋਲ ਕਿੰਨਾ ਆਇਆ ਸੀ? 18 ਆਇਆ ਸੀ। ਹੁਣ ਫਿਰ ਇਸੇ ਤਰ੍ਹਾਂ ਹੁਣ 18 2 ਦੇ ਪਹਾੜੇ ਤੇ ਆਂਦਾ ਹੈ 2 9 18। फिर ਅਸੀਂ ਜਾਣਦੇ ਹਾਂ ਹੁਣ ਬੱਚੋ ਜਿਹੜਾ 9 ਹੈ ਉਹ ਕਿਹੜੇ ਪਹਾੜੇ ਤੇ ਆਂਦਾ ਹੈ? 3 ਦੇ ਪਹਾੜੇ ਤੇ। 3 एकम 3 3 तीये 9। ਹੁਣ ਜਿਹੜਾ ਆ 3 ਹੈ ਇਹ ਵੀ 3 ਦੇ ਪਹਾੜੇ ਤੇ ਆਂਦਾ ਹੈ ਤਾਂ 3 एकम 3। ਤਾਂ ਅਸੀਂ ਇਹ ਦੇਖਿਆ ਕਿ ਜਿਹੜੇ 36 ਦੇ ਅਭਾਜ ਗੁਣਨਖੰਡ ਹੈ ਉਹ ਕਿਹੜੇ-ਕਿਹੜੇ ਬਣ ਗਏ? 2 गुणा 2 गुणा 3 गुणा 3। ਤਾਂ ਅਸੀਂ ਇਹ ਦੇਖਿਆ ਕਿ 36 ਦੇ ਅਭਾਜ ਗੁਣਨਖੰਡ 2 2 3 ਅਤੇ 3 ਹਨ। ਹੁਣ ਅਸੀਂ ਇਹ ਦੇਖਦੇ ਹਾਂ ਕਿ ਇਹਨਾਂ ਨੂੰ ਅਭਾਜ ਗੁਣਨਖੰਡ ਕਿਉਂ ਕਹਿੰਦੇ ਆ? ਕਿਉਂਕਿ ਬੱਚਿਓ ਅਭਾਜ ਗੁਣਨਖੰਡ ਦੇ ਵਿੱਚ ਜਿਹੜੀਆਂ ਸੰਖਿਆਵਾਂ ਆਣਗੀਆਂ, ਹੁਣ ਦੇਖੋ ਇਹਦੇ ਜਿਹੜੀਆਂ ਸੰਖਿਆਵਾਂ ਆਈਆਂ ਇੱਕ ਤਾਂ 2 ਆਇਆ ਅਤੇ ਇੱਕ 3 ਆਇਆ, ਇਹ ਜਿਹੜੀਆਂ ਦੋਨੋਂ ਸੰਖਿਆਵਾਂ ਹੈ ਇਹ ਅਭਾਜ ਸੰਖਿਆਵਾਂ ਹੈ। ਅਭਾਜ ਸੰਖਿਆਵਾਂ ਦੀ ਮਦਦ ਨਾਲ ਜਿਹੜੇ ਗੁਣਨਖੰਡ ਕੱਢਦੇ ਆ ਉਹ ਹੁੰਦੇ ਆ ਅਭਾਜ ਗੁਣਨਖੰਡ।
हाँ जी बच्चों, इस तो बाद अपाज गुणनखंड तो बाद अपने को आ रहा है फैक्टर ट्री। गुणनखंड दरख्त वो की चीज है कि जदों असी किसी भी संख्या दे अपाज गुणनखंड कढ़दे हैं वो गुणनखंड दरख्त की मदद नाल कढ़दे हैं। वो किस तरह है, एक एक्टिविटी है गुणनखंड दरख्त। हुण देखो बच्चों, मान लो असी 40 दे अपाज गुणनखंड पता करने हैं जी। 40 दे अपाज गुणनखंड पता करने हैं। वो आप एक तो भाग करके भी कर सकते हैं, एक हुण फैक्टर ट्री की मदद नाल किस तरह करांगे। मान लो अपने को 40 एक संख्या है, 40 नूं असीं दो हिस्सियां च वंड देंगे जी। 40 किहड़े किहड़े पहाड़े ते आंदी है। मान लो एक बच्चा कहता है जी 40 दो दे पहाड़े ते आंदे हैं, 2 एकम 2 20 दूना 40। इन्हां मतलब 40 दे जिहड़े दो भाग बने हैं वो किहड़े किहड़े बनने हैं, 2 अते 20, क्योंकि 20 दूना 40 हुंदा है। हुण जिहड़ा 2 है वो 2 तो पहला ही अभाज्य संख्या, इसलिए उन्होंने अगों तोड़न की नहीं लोड़ है। हुण असीं की करांगे, इस 20 दे गुणनखंड पता करांगे जी। हुण देखो जी 20 दे किहड़े बनणगे, 2 दे पहाड़े ते 2 दाया 20, ठीक है जी। हुण 2 फिर अपने को अभाज्य हो गया, यह भी अभाज्य संख्या, यह भी अभाज्य संख्या, पर जिहड़ा 10 है अभाज्य संख्या है। असीं हर उस भाज्य संख्या नूं तोड़ के अभाज्य दे विच बदलना है। हुण असीं देखदे हां कि जिहड़ा 10 है वो भी दो हिस्सियां च वंडींदा है। वो किहड़े किहड़े, 2 दे पहाड़े ते, क्योंकि 2 एकम 2 2 5 10। हुण तुसीं देखो बच्चों, एक दरख्त की तरह लग रहा है जिंदे नाल आ टाहनियां बनियां होईयां। हुण असीं ये देखदे हां 40 दे जिहड़े अभाज्य गुणनखंड बने हैं वो किहड़े किहड़े बने हैं। एक तो 2 बने, एक होर 2 बने, एक आ 2 बने ते एक 5 बने। ये जिहड़ियां सारियां संख्यावां हैं ये अभाज्य संख्यावां हैं। 2 गुणा 2 गुणा 2 गुणा 5, चेक कर सकते हो, 2 दूनी 4 4 दूनी 8 8 5 40। इन्हां मतलब 40 दे अभाज्य गुणनखंड 2 2 2 अते 5 ਹਨ। हाँ जी बच्चों, इस तो बाद अपना जिहड़ा नेक्स्ट टॉपिक आ रहा है उहदे विच पूछ रहा है कि महत्तव समापवर्तक की चीज है। दो संख्यावां या तीन संख्यावां दा महत्तव किवें कढिया जांदा है। महत्तम समापवर्तक की चीज है, म स ते व। मान लो बच्चों अपने को दो संख्यावां आ जांदियां हैं 20 अते 25 दा म स व पता करो। तो असी किस तरह पता करांगे बच्चों। असी सब तो पहला 20 दे अभाज्य गुणनखंड कढांगे जी। अभाज्य गुणनखंड, इसे तरह फिर 25 दे अभाज्य गुणनखंड। गुणनखंड कढन तो बाद असी देखांगे दोवां दे विच सांझा किहड़ा आ रहा है। जिहड़ा सांझा होएगा वही साडा महत्तव होएगा जी। सब तो पहला असी देखते हैं 20 दे अभाज्य गुणनखंड। 20 सब तो पहला 2 दे पहाड़े ते 2 दाया 20, फिर 2 दे पहाड़े ते 2 5 10, फिर बच्चों हुण जिहड़ा 5 है 5 दे पहाड़े ते आंदा है 5 एकम 5। तो इन्हां मतलब जिहड़े 20 दे अभाज्य गुणनखंड बने हैं वो किहड़े किहड़े बने हैं, 2 गुणा 2 गुणा 5, 2 2 दूनी 4 4 5 20। इसे तरह हुण असीं 25 दे भी देखांगे। 25 दे अभाज्य गुणनखंड, 25 बच्चों 5 दे पहाड़े ते आंदा है 5 5 25 5 एकम 5, ठीक है जी। तो साडे कोल 25 दे अभाज्य गुणनखंड किहड़े किहड़े बने हैं, 5 गुणा 5। हुण असीं देखदे हां कि इन्हां दोवां संख्यावां दे अभाज्य गुणनखंड दे विचों सांझा किहड़ा आ रहा है। देखो बच्चों दोवां संख्यावां दे विचकार साडे कोल 5 सांझा आ रहा है। तो असीं ਮ दी परिभाषा जिहड़ी कीती है उहदे विच असीं सांझा गुणनखंड कढना है। इत्थे असीं की लिखांगे 20 अते 25 दा ਮ व, वो साडे कोल बराबर कितना आ गया 5, जो कि साडा आंसर है। बच्चों जेकर हुण अपने कोल 3 संख्यावां आ जाण तां उहनां दा असीं ਮ व कढना है। वो किस तरह कढांगे,
मान लो तीन संख्यावां आ जांदियां 12 45 ਅਤੇ 75 ਦਾ ਮਾਸਵ ਪਤਾ ਕਰੋ। ਤਾਂ ਅਸੀਂ ਕੀ ਕਰਾਂਗੇ, ਸਭ ਤੋਂ ਪਹਿਲਾਂ ਅਸੀਂ 12 ਦੇ ਅਪਾਜ ਗੁਣਨਖੰਡ ਪਤਾ ਕਰਾਂਗੇ। 12 ਦੇ ਦੇਖੋ ਬੱਚੋ 12 ਜਿਹੜਾ 2 ਦੇ ਪਾੜੇ ਤੇ 2 ਛਿਕੇ 12, ਫਿਰ 2 ਦੇ ਪਾੜੇ ਤੇ ਕਿਉਂਕਿ 2 ਦੇ ਪਾੜੇ ਤੇ 6 ਵੀ ਆਂਦਾ 2 ਤੀਏ 6, ਫਿਰ ਜਿਹੜਾ 3 ਹੈ ਬੱਚੋ ਸਿਰਫ 3 ਦੇ ਪਾੜੇ ਤੇ ਆਂਦਾ 3 ਏਕਮ 3। ਤਾਂ ਅਸੀਂ ਦੇਖਿਆ ਕਿ ਜਿਹੜੇ 12 ਹੈ 12 ਦੇ ਅਪਾਜ ਗੁਣਨ ਨੂੰ 12 ਨੂੰ ਅਸੀਂ ਕਿਵੇਂ ਲਿਖ ਸਕਦੇ ਹਾਂ 2 ਗੁਣਾ 2 ਗੁਣਾ 3, 2 दूनी 4 4 तीन 12, 2 गुना 2 गुना 3। इसी तरह ਹੁਣ ਅਸੀਂ 45 ਦੇ ਵੀ ਅਪਾਜ ਗੁਣਨਖੰਡ ਪਤਾ ਕਰਾਂਗੇ। 45 ਦੇ 45 ਬੱਚੋ ਸਭ ਤੋਂ ਪਹਿਲਾਂ 3 ਦੇ ਪਾੜੇ ਤੇ ਆਂਦਾ ਹੈ। ਜੇਕਰ ਬੱਚੋ ਜਾਂ ਤਾਂ ਤੁਹਾਨੂੰ ਇਹ ਪਤਾ ਹੋਏਗਾ ਜਾਂ ਤਾਂ ਦੇਖੋ 45 5 ਦੇ ਪਾੜੇ ਤੇ ਆਏਗਾ 3 ਦੇ ਪਾੜੇ ਤੇ, ਪਰ ਅਸੀਂ ਸ਼ੁਰੂਆਤ ਸਭ ਤੋਂ ਛੋਟੇ ਪਾੜੇ ਤੇ ਕਰਨੀ ਹੈ। ਜੇਕਰ ਤੁਹਾਨੂੰ ਨਹੀਂ ਪਤਾ ਤਾਂ ਅਸੀਂ 45 ਨੂੰ ਭਾਗ ਕਰਕੇ ਵੀ ਦੇਖ ਸਕਦੇ ਹਾਂ 3 ਦੇ ਪਾੜੇ ਤੇ 3 ਏਕਮ 3, ਇੱਥੇ ਘਟਾਓ ਕਰਕੇ 1 ਆ ਗਿਆ, ਅੱਗੋਂ ਅਸੀਂ 5 ਉਤਾਰਿਆ 3 5 15। ਇਹਦਾ ਮਤਲਬ 3 ਦੇ ਪਾੜੇ ਤੇ 45 ਆਂਦਾ ਹੈ ਕਦੋਂ, ਜਦੋਂ 15 ਨਾਲ ਗੁਣਾ ਕਰੀਏ 15 ਤੀਆ 45, ਫਿਰ 3 ਦੇ ਪਾੜੇ ਤੇ 3 5 15, ਫਿਰ 5 ਦੇ ਪਾੜੇ ਤੇ 5 ਏਕਮ 5। ਤਾਂ 45 ਦੇ ਜਿਹੜੇ ਅਪਾਜ ਗੁਣਨਖੰਡ ਹੈ ਉਹ ਕਿਹੜੇ ਆ ਗਏ 3 ਗੁਣਾ 3 ਗੁਣਾ 5। ਠੀਕ ਹੈ ਬੱਚੋ, ਹੁਣ ਆਪਣੇ ਕੋਲ ਆ ਗਿਆ 75। 75 ਦੇ ਵੀ ਅਸੀਂ ਅਪਾਜ ਗੁਣਨਖੰਡ ਪਤਾ ਕਰਨੇ ਆ। ਦੇਖੋ ਬੱਚੋ 3 ਦੇ ਪਾੜੇ ਤੇ 75 ਆਂਦਾ ਹੈ, ਅਸੀਂ ਚੈੱਕ ਕਰ ਲੈਨੇ ਆ। 75 ਨੂੰ ਵਿੱਚ ਰੱਖ ਕੇ 3 ਦਾ ਪਾੜਾ 3 दूनी 6, ਘਟਾਓ ਕੀਤੀ 1 5 ਉਤਾਰਿਆ 3 5 15। ਹੁਣ ਤੁਸੀਂ ਦੇਖੋ ਬੱਚੋ ਤਾਂ ਸਾਡੇ ਕੋਲ ਜਦੋਂ ਅਸੀਂ ਭਾਗ ਕੀਤੀ ਤਾਂ ਸਾਡੇ ਕੋਲ ਕਿੰਨਾ ਆ ਗਿਆ 25 ਆ ਗਿਆ, 25 ਦਿਆ 75। ਹੁਣ ਜਿਹੜਾ 25 ਹੈ ਉਹ ਸਿਰਫ 5 ਦੇ ਪਾੜੇ ਤੇ ਆਂਦਾ ਹੈ, 5 5 25, ਫਿਰ 5 ਦੇ ਪਾੜੇ ਤੇ 5 ਏਕਮ 5। ਤਾਂ ਸਾਡੇ ਕੋਲ ਅਪਾਜ ਗੁਣਨਖੰਡ ਕਿਹੜੇ-ਕਿਹੜੇ ਬਣ ਗਏ 75 ਦੇ 3 ਗੁਣਾ 5 ਗੁਣਾ 5। ਹੁਣ ਅਸੀਂ ਕੀ ਪਤਾ ਕਰਨਾ ਹੈ 12 45 ਅਤੇ 75 ਦਾ ਮਾਸਵ। ਉਹ ਕੀ ਹੋਏਗਾ ਬੱਚੋ, ਅਸੀਂ ਇਹ ਦੇਖਣਾ ਤਿੰਨਾਂ ਦੇ ਵਿੱਚ ਸਾਂਝਾ ਕਿਹੜਾ ਆਇਆ ਜੀ। ਦੇਖੋ ਇਹਨਾਂ ਤਿੰਨਾਂ ਦੇ ਵਿੱਚ ਸਾਡੇ ਕੋਲ ਆ ਦੇਖੋ ਇੱਕ ਤੀਆ ਜਿਹੜਾ ਹੈ ਉਹ ਤਿੰਨਾਂ ਕੋਲ ਹੈਗਾ, ਇਹਦੇ ਕੋਲ ਵੀ ਇਹਦੇ ਕੋਲ ਵੀ ਤੇ ਇਹਦੇ ਕੋਲ ਵੀ। ਤਾਂ ਸਾਡੇ ਕੋਲ 12 45 ਤੇ 75 ਦਾ ਮਾਸਾ ਕਿੰਨਾ ਆ ਗਿਆ 3। ਇਹ ਸਾਡਾ ਆਨਸਰ ਹੈ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਗੁਣਨਖੰਡ, ਸਾਂਝੇ ਗੁਣਨਖੰਡ, ਗੁਣਜ, ਸਾਂਝੇ ਗੁਣਜ ਅਤੇ ਮਹੱਤਵ ਸਮਾਵਰਤਕ ਜਿਹਨੂੰ ਕਿ ਅਸੀਂ ਮਾਸਾ ਨਾਲ ਸੰਬੰਧਿਤ ਕੁਝ ਸਵਾਲ ਹੱਲ ਕੀਤੇ ਹਨ। ਉਮੀਦ ਹੈ ਬੱਚੋ ਇਹ ਸਾਰੇ ਸਵਾਲ ਤੁਹਾਨੂੰ ਸਮਝ ਆਏ ਹਨ ਅਤੇ ਤੁਸੀਂ ਇਹਨਾਂ ਦੀ ਦੁਹਰਾਈ ਕਰੋਗੇ। ਥੈਂਕਸ।